ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਸ਼ਰਤ ਤੀਸਰੀ। ਜਿਵੇਂ ਬਿਜਲੀ ਦੇ ਨਿਯਮਾਂ ਨੂੰ ਜਦ ਤੱਕ ਮਨੁੱਖ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ ਤਦ ਤੱਕ ਬਿਜਲੀ ਦੇ ਅਸੂਲਾਂ ਦੇ ਹੁੰਦਿਆਂ ਹੋਇਆਂ ਵੀ ਉਹ ਬਿਜਲੀ ਤੋਂ ਫਾਇਦਾ ਨਹੀਂ ਉਠਾ ਸਕਿਆ। ਇਸੇ ਤਰ੍ਹਾਂ ਅਰਦਾਸ ਦੇ ਨਿਯਮਾਂ ਨੂੰ ਵੀ ਜਦ ਤੱਕ ਮਨੁੱਖ ਚੰਗੀ ਤਰ੍ਹਾਂ ਨਹੀਂ ਸਮਝੇਗਾ, ਅਰਦਾਸ ਦੇ ਨਿਯਮ ਹੁੰਦਿਆਂ ਹੋਇਆਂ ਵੀ ਅਰਦਾਸ ਦੇ ਲਾਭਾਂ ਤੋਂ ਵਾਂਝਿਆ ਰਹੇਗਾ। ਨਿਯਮ ਕਿਸੇ ਦਾ ਲਿਹਾਜ਼ ਨਹੀਂ ਕਰਦੇ, ਭਾਵੇਂ ਉਹ ਬਿਜਲੀ ਦੇ ਹੋਣ ਭਾਵੇਂ ਅਰਦਾਸ ਦੇ। ਜਦੋਂ ਇਨਸਾਨ ਬਿਜਲੀ ਦੇ ਨਿਯਮਾਂ ਤੋਂ ਵਾਕਫ ਨਹੀਂ ਸੀ, ਉਦੋਂ ਵੀ ਕਦੀ-ਕਦੀ ਬਿਜਲੀ ਬੱਦਲਾਂ ਵਿੱਚੋਂ ਚਮਕ ਕੇ ਇਨਸਾਨ ਨੂੰ ਚਾਨਣ ਦਿਖਾ ਦਿੰਦੀ ਸੀ। ਇਸੇ ਤਰ੍ਹਾਂ ਜਦ ਤੱਕ ਇਨਸਾਨ ਅਰਦਾਸ ਦੇ ਨਿਯਮਾਂ ਨੂੰ ਨਹੀਂ ਸਮਝਦਾ, ਤਦ ਤੱਕ ਅਰਦਾਸ ਕਦੀ-ਕਦੀ ਦੁਖੀ ਆਦਮੀ ਨੂੰ ਸੁਖੀ ਕਰਨ ਵਿੱਚ ਸਹਾਇਤਾ ਦਿੰਦੀ ਰਹੇਗੀ। ਬੱਦਲਾਂ ਤੋਂ ਬਿਜਲੀ ਜਿਵੇਂ ਆਦਮੀ ਦੀ ਮਰਜ਼ੀ ਅਨੁਸਾਰ ਨਹੀਂ ਚਮਕਦੀ, ਆਪਣੇ ਨਿਯਮ ਦੀ ਜਦ ਪੂਰਤੀ ਦੇਖੇ ਉਦੋਂ ਚਮਕਦੀ ਹੈ, ਇਸੇ ਤਰ੍ਹਾਂ ਇਨਸਾਨ ਦੇ ਦੁੱਖਾਂ ਵਿੱਚ ਵੀ ਅਰਦਾਸ ਦੇ ਨਿਯਮ ਜਦ ਕਦੀ ਆਪ ਮੁਹਾਰੇ ਪੂਰੇ ਹੋ ਜਾਣ, ਅਰਦਾਸ ਚਮਕਦੀ ਤੇ ਫਲ ਦਿਖਾਉਂਦੀ ਹੈ। ਪਰ ਜਿਵੇਂ ਬੱਦਲਾਂ ਤੋਂ ਉਤਪੰਨ ਹੋਈ ਬਿਜਲੀ ਇਨਸਾਨ ਦੀ ਮਰਜ਼ੀ ਤੋਂ ਬਾਹਰ ਹੁੰਦੀ ਹੈ, ਇਸੇ ਤਰ੍ਹਾਂ ਕਦੀ-ਕਦਾਈ ਇਨਸਾਨ ਦੀ ਕੀਤੀ ਹੋਈ ਅਰਦਾਸ ਦੇ ਪੂਰੇ ਹੋ ਜਾਣ ਦੀ ਘਟਨਾ ਵੀ ਇਨਸਾਨ ਦੀ ਮਰਜ਼ੀ ਤੋਂ ਬਾਹਰ ਹੁੰਦੀ ਹੈ। ਬਿਜਲੀ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਲੈਣ ਵਾਸਤੇ ਜਿਵੇਂ ਇਨਸਾਨ ਨੂੰ ਬਿਜਲੀ ਦੇ ਨਿਯਮ ਸਮਝਣੇ ਤੇ ਫਿਰ ਵਰਤੋਂ ਵਿੱਚ ਲਿਆਉਣੇ ਪੈਂਦੇ ਹਨ, ਇਸੇ ਤਰ੍ਹਾਂ ਅਰਦਾਸ ਤੋਂ ਆਪਣੀ ਮਰਜ਼ੀ ਅਨੁਸਾਰ ਕੰਮ ਲੈਣ ਵਾਸਤੇ ਇਨਸਾਨ ਨੂੰ ਅਰਦਾਸ ਦੇ ਨਿਯਮ ਸਮਝਣੇ ਤੇ ਫਿਰ ਵਰਤੋਂ ਵਿੱਚ ਲਿਆਉਣੇ ਪੈਣਗੇ। ਜੇ ਸਾਡੇ ਘਰ ਬਿਜਲੀ ਦੀ ਤਾਰ ਕਿਤੋਂ ਜਰਾ ਜਿੰਨੀ ਟੁੱਟ ਜਾਵੇ ਜਾਂ ਸਵਿੱਚ ਖਰਾਬ ਹੋ ਜਾਵੇ ਤਾਂ ਸਾਡੀ ਬੱਤੀ ਨਹੀਂ ਜਗਦੀ ਅਤੇ ਪੱਖੇ ਨਹੀਂ ਚੱਲਦੇ। ਇਸੇ ਤਰ੍ਹਾਂ ਅਰਦਾਸ ਦੇ ਨਿਯਮ ਵੀ ਜਦੋਂ ਵੀ ਜਰਾ ਜਿੰਨੀ ਉਲੰਘਣਾ ਹੋ ਜਾਏ ਉਦੋਂ ਹੀ ਇਹ ਸਫਲ ਨਹੀਂ ਹੁੰਦੀ। ਜਿਵੇਂ ਖਰਾਬ ਹੋਈ ਬਿਜਲੀ ਦੀ ਤਾਰ ਨੂੰ ਹੱਥ ਲਾਉਂਦੇ ਇਨਸਾਨ ਨੂੰ ਧੱਕਾ ਲੱਗਦਾ ਹੈ, ਉਸੇ ਤਰ੍ਹਾਂ ਅਸਫਲ ਅਰਦਾਸ ਇਨਸਾਨ ਦੇ ਯਕੀਨ ਨੂੰ, ਭਰੋਸੇ ਨੂੰ ਧੱਕਾ ਲਗਾਉਂਦੀ ਹੈ। ਸਫਲ ਅਰਦਾਸ ਕਈ ਆਤਮਕ ਨਿਯਮਾਂ ਦੀ ਸਮਝ ਤੇ ਠੀਕ ਵਰਤੋਂ ਦਾ ਨਤੀਜਾ ਹੈ। ਇਹਨਾਂ ਨਿਯਮਾਂ ਨੂੰ ਸਮਝ ਕੇ ਇਨਸਾਨ ਅਰਦਾਸ ਤੋਂ ਉਹ ਲਾਭ ਉਠਾ ਸਕਦਾ ਹੈ ਜਿਸ ਦੇ ਸਾਹਮਣੇ ਬਿਜਲੀ ਤੋਂ ਉਠਾਏ ਇਨਸਾਨੀ ਲਾਭ ਤੁੱਛ ਪ੍ਰਤੀਤ ਹੋਣਗੇ। ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸਭ ਤੋਂ ਪਹਿਲੇ ਅਰਦਾਸ ਕਰਨ ਵਾਲੇ ਨੂੰ ਜਿਸ ਪਰਮਾਤਮਾ ਅੱਗੇ ਉਹ ਅਰਦਾਸ ਕਰਦਾ ਹੈ ਉਸ ਦੀ ਹੋਂਦ ਵਿੱਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਹੈ, ਅਤੇ ਦੂਸਰੇ ਅਰਦਾਸ ਕਰਨ ਵਾਲੇ ਨੂੰ ਆਪਣੀ ਅਰਦਾਸ ਦੇ ਦੁਰਸਤ ਜਾਂ ਠੀਕ ਹੋਣ ਉੱਤੇ ਯਕੀਨ ਹੋਣਾ ਚਾਹੀਦਾ ਹੈ। ਇਸ ਲੇਖ ਵਿੱਚ ਅਸੀਂ ਅਰਦਾਸ ਦੀ ਤੀਸਰੀ ਸ਼ਰਤ ਜਾਂ ਤੀਸਰਾ ਨਿਯਮ ਦੱਸਾਂਗੇ, ਜਿਸ ਦੇ ਬਗੈਰ ਪਹਿਲੀਆਂ ਦੋ ਸ਼ਰਤਾਂ ਦੀ ਪਾਲਣਾ ਕਰਦਿਆਂ ਹੋਇਆਂ ਵੀ ਇਨਸਾਨ ਦੀ ਅਰਦਾਸ ਸਫਲ ਨਹੀਂ ਹੋਏਗੀ। ਜੇਕਰ ਰੱਬ ਦੀ ਹਸਤੀ ਵਿੱਚ ਤਾਂ ਵਿਸ਼ਵਾਸ ਹੋਵੇ ਅਤੇ ਆਪਣੀ ਅਰਦਾਸ ਦੇ ਦੁਰਸਤ ਹੋਣ ਉੱਤੇ ਵੀ ਭਰੋਸਾ ਹੋਵੇ, ਪਰ ਰੱਬ ਵਿੱਚ ਅਰਦਾਸ ਨੂੰ ਪੂਰੀਆਂ ਕਰਨ ਦੀ ਸਮਰੱਥਾ ਵਿੱਚ ਸ਼ੱਕ ਹੋਵੇ ਤਾਂ ਵੀ ਅਰਦਾਸ ਸਫਲ ਨਹੀਂ ਹੋਵੇਗੀ। ਮਿਸਾਲ ਦੇ ਤੌਰ ਤੇ ਕਿਸੇ ਆਦਮੀ ਨੂੰ ਜੇਕਰ ਕੋਈ ਐਸੀ ਬਿਮਾਰੀ ਲੱਗ ਗਈ ਹੈ ਜੋ ਡਾਕਟਰਾਂ ਜਾਂ ਹਕੀਮਾਂ ਦੇ ਖਿਆਲ ਅਨੁਸਾਰ ਲਾ ਇਲਾਜ ਹੈ, ਤਾਂ ਉਸ ਆਦਮੀ ਦੇ ਮਨ ਵਿੱਚ ਭਾਵੇਂ ਰੱਬ ਦੀ ਹਸਤੀ ਵਿੱਚ ਪੂਰਾ ਵਿਸ਼ਵਾਸ ਵੀ ਹੋਵੇ ਅਤੇ ਉਸ ਨੂੰ ਰਾਜੀ ਹੋਣ ਸੰਬੰਧੀ ਅਰਦਾਸ ਦੇ ਦੁਰਸਤ ਤੇ ਰੱਬ ਦੇ ਯੋਗ ਮੰਗ ਨਜ਼ਰ ਆਵੇ, ਪਰ ਜਦ ਤੱਕ ਉਸ ਦੇ ਦਿਲ ਵਿੱਚ ਇਹ ਵਹਿਮ ਕੰਮ ਕਰਦਾ ਰਹੇਗਾ ਕਿ ਮੇਰੀ ਬਿਮਾਰੀ ਲਾ ਇਲਾਜ ਹੈ, ਉਸ ਨੂੰ ਕੋਈ ਰਾਜੀ ਨਹੀਂ ਕਰ ਸਕਦਾ। ਇਸ ਨੂੰ ਰੱਬ ਵੀ ਸ਼ਾਇਦ ਰਾਜੀ ਨਾ ਕਰ ਸਕੇ, ਤਦ ਤੱਕ ਉਸ ਦੀ ਅਰਦਾਸ ਦੇ ਸਫਲ ਹੋਣ ਦੀ ਆਸ ਘੱਟ ਹੀ ਹੈ। ਅਰਦਾਸ ਕਰਨ ਵਾਲੇ ਦੇ ਰੱਬ ਦੀ ਸਮਰੱਥਾ ਸੰਬੰਧੀ ਵਿਸ਼ਵਾਸ ਵਿੱਚ ਐਸੀ ਪਕਿਆਈ ਹੋਣੀ ਚਾਹੀਦੀ ਹੈ ਜਿਸ ਦੇ ਸਾਹਮਣੇ ਉਸ ਦੀਆਂ ਆਪਣੀਆਂ ਇਨਸਾਨੀ ਰਾਵਾਂ ਦੀ ਕੋਈ ਹਸਤੀ ਨਾ ਹੋਵੇ। ਉਸ ਦਾ ਵਾਹਿਗੁਰੂ ਜੀ ਦੀ ਸਮਰੱਥਾ ਵਿੱਚ ਨਿਸ਼ਚਾ ਸਮੁੰਦਰ ਦੀ ਚੱਟਾਨ ਵਾਂਗ ਹੋਣਾ ਚਾਹੀਦਾ ਹੈ, ਜਿਸ ਦੀ ਅਹਿਲਤਾ ਤੇ ਅਡੋਲਤਾ ਦੇ ਸਾਹਮਣੇ ਸਮੁੰਦਰ ਦੀਆਂ ਲਹਿਰਾਂ ਦੀ ਕੋਈ ਪੇਸ਼ ਨਹੀਂ ਚੱਲਦੀ। ਐਸੇ ਆਦਮੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿੱਥੇ ਉਸ ਦੀ ਅਕਲ, ਚਤੁਰਾਈ, ਤਾਕਤ ਤੇ ਚਾਰਾ ਖਤਮ ਹੋ ਗਿਆ ਹੈ, ਉੱਥੇ ਰੱਬ ਦੀ ਸਰਬੱਗਤਾ ਅਤੇ ਅਥਾਹ ਸ਼ਕਤੀ ਖਤਮ ਨਹੀਂ ਹੁੰਦੀ। ਜੇ ਉਸ ਦੀ ਅਕਲ, ਚਤੁਰਾਈ, ਤਾਕਤ ਤੇ ਚਾਰਾ ਖਤਮ ਹੋ ਜਾਵੇ ਤਾਂ ਉਸ ਵਿੱਚ ਅਤੇ ਰੱਬ ਵਿੱਚ ਫਰਕ ਕੀ ਹੋਇਆ? ਰੱਬ ਨੂੰ ਜਦ ਸਰਬ ਸ਼ਕਤੀਮਾਨ ਆਖੀਦਾ ਹੈ ਤਾਂ ਉਸ ਤੋਂ ਸਾਫ਼ ਇਹ ਮੁਰਾਦ ਹੁੰਦੀ ਹੈ ਕਿ ਆਦਮੀ ਦੀ ਅਕਲ ਤੇ ਤਾਕਤ ਨਾਲੋਂ ਰੱਬ ਵਿੱਚ ਉਹ ਕੰਮ ਕਰਨ ਦੀ ਸ਼ਕਤੀ ਹੈ ਜਿਸ ਨੂੰ ਆਦਮੀ ਦੀ ਇਨਸਾਨੀ ਅਕਲ ਅਸੰਭਵ ਸਮਝਦੀ ਹੈ। ਗੁਰੂ ਅਰਜਨ ਦੇਵ ਜੀ ਨੇ ਰੱਬ ਦੀ ਸਰਬ ਸ਼ਕਤੀਮਾਨਤਾ ਸੰਬੰਧੀ ਦੱਸਿਆ ਹੈ ਕਿ ਜਦ ਵੀ ਇਨਸਾਨ ਦੇ ਆਪਣੇ ਖਿਆਲ ਅਨੁਸਾਰ ਉਸ ਦੇ ਦੁੱਖ ਦੀ ਹੱਦ ਹੋ ਜਾਵੇ ਅਤੇ ਇਸ ਦੁਖੀ ਅਵਸਥਾ ਤੋਂ ਨਿਕਲ ਕੇ ਪੂਰਨ ਸੁੱਖ ਦੀ ਅਵਸਥਾ ਵਿੱਚ ਮੁੜ ਅਪੜਨਾ ਅਸੰਭਵ ਪਾਸੇ, ਐਸੇ ਅਤ ਗਿਰਾਵਟ ਦੇ ਸਮੇਂ ਵੀ ਜੇ ਉਸ ਦੇ ਚਿੱਤ ਵਿੱਚ ਰੱਬ ਦਾ ਵਿਸ਼ਵਾਸ ਵਸਣ ਲੱਗ ਜਾਵੇ ਤਾਂ ਉਸ ਦਾ ਐਸੀ
ਦੁਰਦਸ਼ਾ ਦੀ ਹਾਲਤ ਵਿੱਚੋਂ ਕੇਵਲ ਛੁਟਕਾਰਾ ਹੀ ਨਹੀਂ ਹੋ ਸਕਦਾ, ਸਗੋਂ ਪੂਰਨ ਸੁੱਖ ਦੀ ਹਾਲਤ ਵੀ ਪੈਦਾ ਹੋ ਸਕਦੀ ਹੈ। ਹਾਂਜੀ, ਗੁਰੂ ਅਰਜਨ ਦੇਵ ਜੀ ਨੇ ਰੱਬ ਜੀ ਦੀ ਸਰਵ ਸ਼ਕਤੀਮਾਨਤਾ ਸੰਬੰਧੀ ਦੱਸਿਆ ਹੈ ਕਿ ਜਦ ਵੀ ਇਨਸਾਨ ਦੇ ਆਪਣੇ ਖਿਆਲ ਅਨੁਸਾਰ ਉਸ ਦੇ ਦੁੱਖ ਦੀ ਹੱਦ ਹੋ ਜਾਵੇ ਅਤੇ ਇਸ ਦੁਖੀ ਅਵਸਥਾ ਤੋਂ ਨਿਕਲ ਕੇ ਪੂਰਨ ਸੁੱਖ ਦੀ ਅਵਸਥਾ ਵਿੱਚ ਮੁੜ ਅਪੜਨਾ ਅਸੰਭਵ ਭਾਸੇ, ਐਸੇ ਅਤ ਗਿਰਾਵਟ ਦੇ ਸਮੇਂ ਵੀ ਜੇ ਉਸ ਦੇ ਚਿੱਤ ਵਿੱਚ ਰੱਬ ਦਾ ਵਿਸ਼ਵਾਸ ਵਸਣ ਲੱਗ ਜਾਵੇ ਤਾਂ ਉਸ ਦਾ ਐਸੀ ਦੁਰਦਸ਼ਾ ਦੀ ਹਾਲਤ ਵਿੱਚੋਂ ਕੇਵਲ ਛੁਟਕਾਰਾ ਹੀ ਨਹੀਂ ਹੋ ਸਕਦਾ ਹੈ, ਸਗੋਂ ਪੂਰਨ ਸੁੱਖ ਦੀ ਹਾਲਤ ਵੀ ਪੈਦਾ ਹੋ ਸਕਦੀ ਹੈ। ਜਾਂ ਕੋ ਮੁਸ਼ਕਲ ਅਤ ਬਣੇ ਟੋਈ ਕੋਏ ਨ ਦੇ, लागू होए दुश्मना साक भी भज खले, सबो भजे आसरा चूके सब असराओ, चित आवे उस पार ब्रह्म लगे न तत्ती वाओ, चित आवे उस पार ब्रह्म लगे न तत्ती वाओ, जी को होवे दुबला नंग भुख की पीर, दमड़ा पल्ले ना पवे ना को देवे तीर, स्वार्थ स्वाओ ना को करे ना किछ होवे काज, चित आवे उस पार ब्रह्म तन चल होवे राज, चित आवे उस पार ब्रह्म ताने चल होवे राज, जाको चिंता बहुत बहुत देही व्यापै रोग, जाको चिंता बहुत बहुत देही व्यापै रोग, गृहस्थ कुटुंब पलेटिया कदे हरख कदे सोग, गौण करे चौकुंट का कड़ी न बैसन सोए, चित आवे उस पार ब्रह्म तन मन शीतल होए, चित आवे उस पार ब्रह्म तन मन शीतल होए, चित आवे उस पार ब्रह्म तन मन शीतल होए, तन मन शीतल होए। ਜੋ ਚੀਜ਼ ਮੰਗੀ ਜਾਂਦੀ ਹੈ ਉਹ ਉਸ ਤੋਂ ਮੰਗੀ ਜਾਂਦੀ ਹੈ ਜਿਸ ਪਾਸ ਉਹ ਚੀਜ਼ ਹੋਵੇ। ਹਜ਼ਾਰਾਂ ਵਾਲੇ ਕੋਲੋਂ ਲੱਖਾਂ ਦੀ ਮੰਗ ਨਹੀਂ ਕੀਤੀ ਜਾ ਸਕਦੀ। ਜਦ ਰੱਬ ਪਾਸੋਂ ਅਸੀਂ ਅਰਦਾਸ ਦੁਆਰਾ ਕੋਈ ਚੀਜ਼ ਮੰਗਦੇ ਹਾਂ ਤਦ ਸਾਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਉਸ ਚੀਜ਼ ਨੂੰ ਦੇਣ ਦੇ ਸਮਰੱਥ ਹੈ। ਇਸ ਨਿਯਮ ਜਾਂ ਸ਼ਰਤ ਦੀ ਉਲੰਘਣਾ ਨੇ ਇਨਸਾਨ ਦੀਆਂ ਕਰੋੜਾਂ ਅਰਦਾਸਾਂ ਅਸਫਲ ਕਰਾ ਦਿੱਤੀਆਂ ਹਨ। ਇਸ ਨਿਯਮ ਜਾਂ ਸ਼ਰਤ ਦੀ ਉਲੰਘਣਾ ਨੇ ਇਨਸਾਨ ਦੀਆਂ ਕਰੋੜਾਂ ਅਰਦਾਸਾਂ ਅਸਫਲ ਰੱਖੀਆਂ ਹਨ। ਜਦ ਤੱਕ ਇਨਸਾਨ ਇਸ ਨਿਯਮ ਦੀ ਪੂਰੀ ਵਰਤੋਂ ਨਾ ਕਰੇਗਾ ਤਦ ਤੱਕ ਉਸ ਦੀ ਅਰਦਾਸ ਰੱਬ ਦੀ ਦਰਗਾਹ ਵਿੱਚ ਪਹੁੰਚਣੋਂ ਅਸਮਰਥ ਰਹੇਗੀ। ਹਾਂਜੀ, ਜਦ ਤੱਕ ਇਨਸਾਨ ਇਸ ਨਿਯਮ ਦੀ ਪੂਰੀ ਵਰਤੋਂ ਨਾ ਕਰੇਗਾ ਤਦ ਤੱਕ ਉਸ ਦੀ ਅਰਦਾਸ ਰੱਬ ਦੀ ਦਰਗਾਹ ਵਿੱਚ ਪਹੁੰਚਣੋਂ ਅਸਮਰਥ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।